ਬਿਸਮਿਲ੍ਲਾਹਿਰਰਹਿਮਾनिर्रहीम अस्सलामु अलैकुम ਲਰਨਰਸ। ਪੰਜਾਬੀ ਸੀਰੀਜ਼ ਦੇ ਇੱਕ ਹੋਰ ਲੈਕਚਰ 'ਚ ਮੈਂ ਮੁਹੰਮਦ ਹਮਜ਼ਾ ਇਕਬਾਲ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦਾ ਹਾਂ। ਜਿਵੇਂ ਅਸੀਂ ਪੰਜਾਬੀ ਸੀਰੀਜ਼ ਦੇ ਇੰਟਰੋਡਕਟਰੀ ਲੈਕਚਰ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਿਲੇਬਸ ਦੇ ਕਾਫੀ ਸਾਰੇ ਹਿੱਸੇ ਨੇ ਜਿਹਦੇ 'ਚ ਨਸਰ ਹੈ, ਸ਼ਾਇਰੀ ਹੈ, ਅਦਬੀ ਇਸਨਾਫ ਨੇ ਅਤੇ ਉਹਦੇ 'ਚੋਂ ਅਸੀਂ ਸਭ ਤੋਂ ਪਹਿਲੇ ਅੱਜ ਸ਼ੁਰੂ ਕਰ ਰਹੇ ਹਾਂ ਕਲਾਸੀਕਲ ਸ਼ਾਇਰੀ। ਅਤੇ ਸਾਡੇ ਜਿਹੜੇ ਸਭ ਤੋਂ ਪਹਿਲੇ ਸ਼ਾਇਰ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਾਂਗੇ ਉਹ ਮੀਆਂ ਮੁਹੰਮਦ ਬਖਸ਼ ਨੇ। ਪੈਟਰਨ ਥੋੜ੍ਹਾ ਜਿਹਾ ਇੰਝ ਦਾ ਬਣਾਇਆ ਮੈਂ ਲੈਕਚਰ ਦਾ ਕਿ ਸਟਾਰਟ ਦੇ ਵਿੱਚ ਤੁਹਾਨੂੰ ਸ਼ਾਇਰ ਦੀ ਥੋੜ੍ਹੀ ਹਯਾਤੀ ਬਾਰੇ ਦੱਸਾਂਗਾ, ਉਹਦੇ ਖਾਨਦਾਨ ਬਾਰੇ, ਵਾਲਿਦ, ਭਰਾ, ਤਲੀਮ ਕਿੱਥੋਂ ਹਾਸਿਲ ਕੀਤੀ, ਪੈਦਾ ਕਦੋਂ ਹੋਏ, ਵਫਾਤ ਕਦੋਂ ਪਾਈ, ਜੇ ਉਹਨਾਂ ਕਿਤਾਬਾਂ ਕੁਛ ਲਿਖੀਆਂ ਨੇ ਅਤੇ ਉਹ ਕਿਵੇਂ ਲਿਖੀਆਂ, ਕਦੋਂ ਲਿਖੀਆਂ, ਕਿੰਨੀਆਂ ਲਿਖੀਆਂ, ਅਤੇ ਉਸ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਗੁਜ਼ਰੀ। ਅਤੇ ਇਹ ਮੈਂ ਤੁਹਾਨੂੰ ਛੋਟੇ ਛੋਟੇ ਪੁਆਇੰਟਸ ਦੱਸਾਂਗਾ। ਉਹਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਤੁਹਾਡੀ ਜਿਹੜੀ ਮਰੂਜ਼ੀ ਸਵਾਲਾਤ ਦੀ ਤਿਆਰੀ ਉਹ ਬਹੁਤ ਚੰਗੀ ਹੋ ਜਾਏਗੀ। ਜਿਹੜੇ ਪੇਪਰ ਪੈਟਰਨ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ 20 ਨੰਬਰ ਦੇ ਤੁਹਾਡੇ ਮਰੂਜ਼ੀ ਸਵਾਲ ਹੁੰਦੇ ਨੇ ਅਤੇ 80 ਨੰਬਰ ਦੇ ਤਫਸੀਲੀ। ਉਹ ਜਿਹੜਾ 20 ਨੰਬਰ ਦਾ ਤੁਹਾਡਾ ਜਿਹੜਾ ਪੋਰਸ਼ਨ ਹੈ ਉਹ ਸਾਨੂੰ ਸਕੋਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਹਦੇ 'ਚ ਇਸ ਤਿਆਰੀ ਦੇ ਪੈਟਰਨ ਨਾਲ ਤੁਹਾਡੇ ਬੜੇ ਚੰਗੇ ਨੰਬਰ ਆ ਜਾਣਗੇ। ਅਤੇ ਸ਼ੁਰੂ ਕਰਨੇ ਆ ਸਭ ਤੋਂ ਪਹਿਲੇ ਮੀਆਂ ਸਾਹਿਬ ਦੇ ਜਿਹੜੇ ਵਾਲਿਦ ਸਨ ਉਹਨਾਂ ਦਾ ਨਾਂ ਮੀਆਂ ਸ਼ਮਸੁਦੀਨ ਸੀ ਅਤੇ ਉਹ ਖੜੀ ਸ਼ਰੀਫ ਦੇ ਜਿਹੜੇ ਪੀਰ ਸ਼ਾਹ ਗਾਜ਼ੀ ਕਲੰਦਰ ਨੇ ਉਹਨਾਂ ਦੇ ਮੁਰੀਦ ਵੀ ਸਨ। ਅਤੇ ਇਹਦੇ 'ਚ ਤੁਹਾਡੀ ਦੋ ਮਰੂਜ਼ੀ ਸਵਾਲਾਂ ਦੀ ਤਿਆਰੀ ਹੁੰਦੀ ਹੈ ਕਿ ਵਾਲਿਦ ਦਾ ਨਾਂ ਵੀ ਪੁੱਛਿਆ ਜਾ ਸਕਦਾ ਹੈ ਅਤੇ ਮੀਆਂ ਸਾਹਿਬ ਦੇ ਅਤੇ ਮੀਆਂ ਸਾਹਿਬ ਦੇ ਵਾਲਿਦ ਦੇ ਜਿਹੜੇ ਮੁਰਸ਼ਦ ਸਨ ਉਹਨਾਂ ਦਾ ਨਾਂ ਕੀ ਸੀ। ਉਸ ਤੋਂ ਬਾਅਦ ਮੀਆਂ ਮੁਹੰਮਦ ਬਖਸ਼ ਜਿਹੜੇ ਨੇ ਉਹਨਾਂ ਦੀ ਵਲਾਦਤ ਜਿਹੜੀ 1830 ਵਿੱਚ ਖੜੀ ਸ਼ਰੀਫ ਵਿੱਚ, ਅਤੇ ਉਹਦਾ ਇਲਾਕਾ ਜਿਹੜਾ ਸੀ ਉਹ ਚੱਕ ਠਾਕਰਾ ਸੀ ਜਿਹਦੇ 'ਚ ਮੀਆਂ ਸਾਹਿਬ ਦੀ ਵਲਾਦਤ ਹੋਈ। ਅਤੇ ਮੀਆਂ ਸਾਹਿਬ ਦੇ ਦੋ ਭਰਾ ਸਨ, ਮੀਆਂ ਬਹਾਵਲ ਬਖਸ਼ ਇਹਨਾਂ ਦੇ ਵੱਡੇ ਭਰਾ ਸਨ ਅਤੇ ਮੀਆਂ ਅਲੀ ਬਖਸ਼ ਇਹਨਾਂ ਦੇ ਛੋਟੇ ਭਾਈ ਸਨ। ਅਤੇ ਮੀਆਂ ਸਾਹਿਬ ਦੀ ਵਲਾਦਤ 1830 'ਚ ਹੋਈ ਅਤੇ ਮੀਆਂ ਸਾਹਿਬ ਦੇ ਵਾਲਿਦ ਜਿਹੜੇ ਨੇ ਉਹ 1854 'ਚ ਵਫਾਤ ਪਾ ਗਏ ਅਤੇ ਉਹਨਾਂ ਦੀ ਕਬਰ ਸ਼ਰੀਫ ਜਿਹੜੀ ਹੈ ਉੱਥੇ ਖੜੀ ਸ਼ਰੀਫ 'ਚ ਹੀ ਹੈ। ਅਤੇ ਮੀਆਂ ਸਾਹਿਬ ਦੇ ਜਿਹੜੇ ਜਦੋਂ ਵਾਲਿਦ ਵਫਾਤ ਪਾ ਗਏ ਅਤੇ ਜ਼ਾਹਿਰੀ ਗੱਲ ਹੈ ਕਿ ਉਹ ਮੁਰੀਦ ਵੀ ਸਨ ਪੀਰ ਸ਼ਾਹ ਗਾਜ਼ੀ ਕਲੰਦਰ ਦੇ ਅਤੇ ਉਹਨਾਂ ਦੇ ਗੱਦੀ ਨਸ਼ੀਨ ਵੀ ਸਨ। ਹੋਇਆ ਇੰਝ ਕਿ ਜਦੋਂ ਵਾਲਿਦ ਸਾਹਿਬ ਵਫਾਤ ਪਾ ਗਏ ਅਤੇ ਹੁਣ ਗੱਦੀ ਨਸ਼ੀਨੀ ਦਾ ਥੋੜ੍ਹਾ ਜਿਹਾ ਮਸਲਾ ਪੈਦਾ ਹੋਇਆ ਉੱਥੇ। ਅਤੇ ਲੇਕਿਨ ਕਿਉਂਕਿ ਰੂਲ ਇਹੀ ਸੀ ਕਿ ਵੱਡਾ ਭਰਾ ਜਿਹੜਾ ਹੈ ਉਹੀ ਗੱਦੀ ਨਸ਼ੀਨ ਬਣੇਗਾ ਅਤੇ ਮੀਆਂ ਬਹਾਵਲ ਬਖਸ਼ ਨੂੰ ਪੀਰ ਸ਼ਾਹ ਗਾਜ਼ੀ ਕਲੰਦਰ ਦੀ ਗੱਦੀ ਨਸ਼ੀਨੀ ਦੇ ਦਿੱਤੀ ਗਈ। ਇਸ ਤਰੀਕੇ ਨਾਲ ਮੀਆਂ ਬਹਾਵਲ ਬਖਸ਼ ਪੀਰ ਸ਼ਾਹ ਗਾਜ਼ੀ ਦੇ ਗੱਦੀ ਨਸ਼ੀਨ ਬਣ ਗਏ। ਜਦੋਂ ਵਾਲਿਦ ਸਾਹਿਬ ਦੀ ਵਫਾਤ ਹੋ ਗਈ ਅਤੇ ਮੀਆਂ ਸਾਹਿਬ ਨੂੰ ਬੜਾ ਉਹਦਾ ਇੱਕ ਦੁੱਖ ਹੋਇਆ ਅਤੇ ਧਚਕਾ ਲੱਗਾ। ਉਸ ਧਚਕੇ ਦੇ ਸਾਏ ਤਲੇ ਉਹ ਕਸ਼ਮੀਰ ਦੀ ਸੈਰ ਲਈ ਨਿਕਲ ਗਏ ਅਤੇ ਉਹਦੀ ਮੱਤ ਉਹਨਾਂ ਨੂੰ ਸ਼ੇਖ ਅਹਿਮਦ ਵਲੀ ਉਹਨਾਂ ਦੇ ਉਸਤਾਦ ਸਨ, ਉਹਨਾਂ ਨੇ ਦਿੱਤੀ ਕਿ ਜਾ ਤੂੰ ਸੈਰ ਕਰ ਅਤੇ ਜ਼ਿੰਦਗੀ ਦੀ ਹਕੀਕਤਾਂ ਨੂੰ ਵੇਖ ਅਤੇ ਅੱਲਾਹ ਤਾਲਾ ਦੀ ਕੁਦਰਤ ਨੂੰ ਵੇਖ। ਅਤੇ ਇਸ ਪਾਰੋਂ ਮੀਆਂ ਮੁਹੰਮਦ ਬਖਸ਼ ਜਿਹੜੇ ਨੇ ਕਸ਼ਮੀਰ ਦੀ ਪੂਰੀ ਸੈਰ ਲਈ ਨਿਕਲ ਗਏ। ਹੋਇਆ ਇੰਝ ਕਿ ਜਦੋਂ ਮੀਆਂ ਸਾਹਿਬ ਕਸ਼ਮੀਰ ਦੀ ਸੈਰ ਤੋਂ ਵਾਪਸ ਆਏ ਉਹਨਾਂ ਨੇ ਵਾਪਸੀ ਇੱਕ ਤਹਿਖਾਨੇ ਵਿੱਚ ਪਨਾਹ ਹਾਸਿਲ ਕਰ ਲਈ। ਜਦੋਂ ਸੈਰ ਤੋਂ ਬਾਅਦ ਉਹਨਾਂ ਨੇ ਵੇਖਿਆ ਅੱਲਾਹ ਤਾਲਾ ਦੀ ਕੁਦਰਤ ਨੂੰ ਅਤੇ ਸਾਰੇ ਨਿਜ਼ਾਮ ਨੂੰ, ਅਤੇ ਤਹਿਖਾਨੇ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਕਿਆਮ ਕੀਤਾ ਅਤੇ ਉੱਥੇ ਇਬਾਦਤ ਕਰਦੇ ਰਹੇ। ਇਬਾਦਤ ਦੇ ਨਾਲ ਨਾਲ ਉਹਨਾਂ ਨੇ ਆਪਣੀ ਜਿਹੜੀ ਇਹ ਸ਼ਾਇਰੀ 'ਤੇ ਵੀ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਉਸੇ ਇਬਾਦਤ ਨੂੰ ਉਹ ਸ਼ਾਇਰੀ 'ਚ ਵੀ ਕਨਵਰਟ ਕਰਦੇ ਗਏ ਅਤੇ ਇਸ ਪਾਰੋਂ ਉਹਨਾਂ ਦੀ ਸ਼ਾਇਰੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਸਾਨੂੰ ਇਸ਼ਕ ਹਕੀਕੀ ਦੇ ਬਾਰੇ ਮਿਲੇਗਾ। ਅਤੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਉੱਥੇ ਮੁਆਸ਼ਰਤੀ ਰਵਾਇਤ ਨੂੰ ਵੇਖਿਆ ਜਦੋਂ ਕਸ਼ਮੀਰ ਦੀ ਸੈਰ 'ਤੇ ਨਿਕਲੇ, ਅਤੇ ਹੋਰ ਬਹੁਤ ਸਾਰੇ ਨਿਜ਼ਾਮਾਤ ਨੂੰ ਵੇਖਿਆ ਅਤੇ ਉਹਨਾਂ ਦੀ ਸ਼ਾਇਰੀ 'ਚ ਸਾਨੂੰ ਇਖਲਾਕੀਆਤ ਦਾ ਦਰਸ ਵੀ ਬਹੁਤ ਮਿਲਦਾ ਹੈ ਅਤੇ ਇਸ਼ਕ ਹਕੀਕੀ ਨਾਲ ਮੁਹੱਬਤ ਦਾ ਦਰਸ ਵੀ ਬਹੁਤ ਮਿਲਦਾ ਹੈ ਕਿਉਂਕਿ ਉਹਨਾਂ ਨੇ ਇਬਾਦਤ ਅਤੇ ਆਪਣੀ ਸ਼ਾਇਰੀ ਨੂੰ ਮਿਕਸ ਕਰ ਦਿੱਤਾ, ਅਮਲਗਾਮੇਟ ਕਰ ਦਿੱਤਾ। ਉਸ ਤੋਂ ਇਲਾਵਾ ਕੁਛ ਪੁਆਇੰਟਸ ਸਵਾਲਾਤ ਮਰੂਜ਼ੀ ਦੇ ਉਸਤਾਦ ਹੋਰਾਂ ਬਾਰੇ ਵੀ ਆਉਂਦੇ ਨੇ। ਮੀਆਂ ਸਾਹਿਬ ਦੇ ਉਸਤਾਦ ਕੌਣ ਕੌਣ ਸਨ ਅਤੇ ਮੈਂ ਤੁਹਾਨੂੰ ਉਹਨਾਂ ਦੇ ਨਾਂ ਦੱਸ ਦਿੰਦਾ। ਸਭ ਤੋਂ ਪਹਿਲੇ ਉਹਨਾਂ ਦੇ ਉਸਤਾਦ ਸਨ ਹਾਫਿਜ਼ ਮੁਹੰਮਦ ਅਲੀ। ਉਸ ਤੋਂ ਬਾਅਦ ਦੂਸਰੇ ਉਸਤਾਦ ਦਾ ਨਾਂ ਹੈ ਹਾਫਿਜ਼ ਮੁਹੰਮਦ ਨਾਸਿਰ, ਤੀਸਰੇ ਦਾ ਨਾਂ ਹੈ ਹਾਫਿਜ਼ ਨੂਰ ਹੁਸੈਨ ਅਤੇ ਚੌਥੇ ਦਾ ਨਾਂ ਹੈ ਹਾਫਿਜ਼ ਗੁਲਾਮ ਹੁਸੈਨ। ਚਾਰ ਉਸਤਾਦ ਸਨ ਮੀਆਂ ਸਾਹਿਬ ਦੇ ਜਿਨ੍ਹਾਂ ਕੋਲੋਂ ਇਹਨਾਂ ਨੇ ਕੁਰਾਨ ਮਜੀਦ, ਹਦੀਸ ਅਤੇ ਉਸ ਤੋਂ ਬਾਅਦ ਤਸਵੁਫ ਦੀ ਤਾਲੀਮ ਹਾਸਿਲ ਕੀਤੀ। ਉਹਦੇ 'ਚ ਹਾਫਿਜ਼ ਮੁਹੰਮਦ ਅਲੀ ਪਹਿਲੇ ਨੰਬਰ 'ਤੇ ਨੇ, ਹਾਫਿਜ਼ ਮੁਹੰਮਦ ਨਾਸਿਰ ਦੂਸਰੇ ਨੰਬਰ 'ਤੇ ਨੇ, ਹਾਫਿਜ਼ ਗੁਲਾਮ ਹੁਸੈਨ ਤੀਸਰੇ 'ਤੇ ਨੇ ਅਤੇ ਹਾਫਿਜ਼ ਨੂਰ ਹੁਸੈਨ ਚੌਥੇ 'ਤੇ ਨੇ। ਅਤੇ ਇਹਨਾਂ ਨੇ ਸਾਰੀ ਤਾਲੀਮ ਆਪਣੀ ਜਿਹੜੀ ਇਹਨਾਂ ਚਾਰਾਂ ਉਸਤਾਦਾਂ ਕੋਲੋਂ ਸੰਵਾਲ ਸ਼ਰੀਫ ਦੇ ਵਿੱਚ ਹਾਸਿਲ ਕੀਤੀ ਸੀ। ਸਾਰੀ ਤਾਲੀਮ ਹਾਸਿਲ ਕਰਨ ਤੋਂ ਬਾਅਦ ਕਸ਼ਮੀਰ ਦੀ ਸੈਰ ਤੋਂ ਬਾਅਦ, ਇਬਾਦਤ ਗੁਜ਼ਾਰੀ ਤੋਂ ਬਾਅਦ
ਤੇ ਕੁਦਰਤ ਦੇ ਨਿਜ਼ਾਮ ਨੂੰ ਵੇਖ ਕੇ ਸ਼ਾਇਰੀ ਕਰਨ ਤੋਂ ਬਾਅਦ ਮੀਆਂ ਸਾਹਿਬ ਨੇ ਟੋਟਲ 17 ਕਿਤਾਬਾਂ ਜਿਹੜੀਆਂ ਤਹਿਰੀਰ ਕੀਤੀਆਂ, ਜਿਨ੍ਹਾਂ 'ਚ ਸੈਫੁਲ ਮਲੂਕ ਇੱਕ ਹੈ, ਕਿੱਸਾ ਸ਼ੇਖਾਂ ਹੈ, ਕਿੱਸਾ ਸ਼ਾਹ ਮਨਸੂਰ ਹੈ, ਉਸ ਤੋਂ ਇਲਾਵਾ ਕਿੱਸਾ ਸਖੀ ਖਵਾਸ ਖਾਂ ਹੈ, ਸ਼ੀਰੀਂ ਫਰਹਾਦ, ਮਿਰਜ਼ਾ ਸਾਹਿਬਾ, ਤੋਹਫਾ ਰਸੂਲ, ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਿਤਾਬਾਂ ਨੇ, ਲੇਕਿਨ ਮੇਨ ਇਹ ਨੇ। ਤੇ ਲੇਕਿਨ ਜਿਹੜਾ ਸਾਡਾ ਸਿਲੇਬਸ ਹੈ ਉਹਦੇ 'ਚ ਮੀਆਂ ਸਾਹਿਬ ਦੀ ਸਿਰਫ ਸੈਫੁਲ ਮਲੂਕ ਹੈ, ਤੇ ਅਸੀਂ ਉਹਦੇ ਹੀ ਮੇਨ ਪੁਆਇੰਟਸ 'ਤੇ ਗੱਲ ਕਰਾਂਗੇ ਕਿ ਉਹਨਾਂ ਦੀ ਸ਼ਾਇਰੀ ਦੇ ਕਿਹੜੇ ਕਿਹੜੇ ਮੇਨ ਪੁਆਇੰਟਸ ਹਨ ਜਿਹੜੇ ਇਹਦੇ 'ਚ ਸਾਨੂੰ ਜਿਨ੍ਹਾਂ 'ਚ ਸਵਾਲ ਆਏਗਾ। ਮੀਆਂ ਸਾਹਿਬ ਦੀ ਵਫਾਤ ਜਿਹੜੀ ਹੈ ਉਹ ਖੜੀ ਸ਼ਰੀਫ ਕਸ਼ਮੀਰ 'ਚ 22 ਜਨਵਰੀ 1907 ਨੂੰ ਹੋਈ। ਤੇ ਇਹ ਜਿਹੜੇ ਸਵਾਲਾਤ ਤੁਹਾਡੇ ਮਰੂਜ਼ੀ ਨੇ ਉਹਨਾਂ ਨੂੰ ਇਹ ਸੈਕਸ਼ਨ ਪੂਰਾ ਕਰੇਗਾ, ਜਿਹਦੇ 'ਚ ਤੁਹਾਨੂੰ ਮੈਂ ਦੱਸਦਾ ਹੈ ਕਿ ਕਿਉਂਕਿ ਇਸ ਮਰੂਜ਼ੀ ਸਵਾਲ 'ਚ ਨੰਬਰ ਸਕੋਰ ਕਰਨਾ ਬਹੁਤ ਜ਼ਰੂਰੀ ਹੈ। ਤੇ ਸ਼ਾਇਰਾਂ ਦੇ ਜਿੰਨੇ ਮਰੂਜ਼ੀ ਸਵਾਲ ਹੋਣਗੇ ਤੇ ਰਾਈਟਰਸ ਦੇ ਵੀ ਜਿਨ੍ਹਾਂ ਨੇ ਨਸਰ ਲਿਖੀ ਹੈ ਉਹ ਇੰਜ ਦੇ ਹੀ ਆਉਣਗੇ। ਮਰੂਜ਼ੀ ਇਹਨਾਂ 'ਚੋਂ ਹੀ ਆਉਂਦੀ ਹੈ 90%। ਤੇ ਜੇ ਤੁਸੀਂ ਇਹ ਨਾ ਯਾਦ ਕਰ ਲਓ, ਵਫਾਤ ਕਦੋਂ ਹੋਈ, ਪੈਦਾਇਸ਼ ਕਦੋਂ ਹੋਈ, ਭਰਾ ਕਿੰਨੇ ਸਨ, ਕੀ ਨਾਂ ਸਨ, ਉਸਤਾਦਾਂ ਦਾ ਨਾਂ ਕੀ ਸੀ, ਮੁਰਸ਼ਿਦਾਂ ਦਾ ਨਾਂ ਕੀ ਸੀ, ਤੇ ਤੁਹਾਡੇ ਜਿਹੜੇ ਮਰੂਜ਼ੀ ਦੇ ਨੰਬਰ ਨੇ 20 ਬੜੇ ਅੱਛੇ। ਇਹਦੇ 'ਚੋਂ ਜੇ ਤੁਸੀਂ 17-18 ਨੰਬਰ ਲੈ ਲਓ ਤੇ ਉਹ ਤੁਹਾਡੇ ਪਰਚੇ 'ਤੇ ਬਹੁਤ ਗੂੜਾ ਇੰਪੈਕਟ ਪਏਗਾ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਮੀਆਂ ਮੁਹੰਮਦ ਬਖਸ਼ ਦੀ, ਕਿਉਂਕਿ ਮਰੂਜ਼ੀ ਪਾਰਟ ਹੋ ਗਿਆ। ਹੁਣ ਮੈਂ ਜਿਹੜਾ ਤਫਸੀਲੀ ਸਵਾਲ ਇਹਨਾਂ ਦੀ ਸ਼ਾਇਰੀ ਦੇ ਬਾਰੇ ਬਹੁਤਾ ਆਉਂਦਾ ਹੈ ਉਹ ਮੈਂ ਤੁਹਾਨੂੰ ਦੱਸਣਾ ਵਾ ਕਿ ਮੀਆਂ ਸਾਹਿਬ ਦੀ ਸ਼ਾਇਰੀ ਦੀ ਖੂਬੀਆਂ ਕੀ ਸਨ। ਉਹਨਾਂ ਦੀ ਸ਼ਾਇਰੀ ਦੀ ਜਿਹੜੀ ਮੇਜਰ ਖੂਬੀ ਹੈ ਉਹ ਇਸ਼ਕ ਹੈ, ਤੇ ਇਸ਼ਕ 'ਚ ਉਹਨਾਂ ਦਾ ਇਸ਼ਕ ਹਕੀਕੀ ਵੀ ਹੈ ਤੇ ਇਸ਼ਕ ਮਜਾਜ਼ੀ ਵੀ ਹੈ। ਦੋਵੇਂ ਇਸ਼ਕਾਂ ਬਾਰੇ ਉਹਨਾਂ ਨੇ ਜਿਹੜਾ ਹੈ ਨਾ ਆਪਣੀ ਸ਼ਾਇਰੀ ਦੇ ਵਿੱਚ ਗੱਲ ਕੀਤੀ ਹੈ। ਤੇ ਉਹਨਾਂ ਦੇ ਨਜ਼ਦੀਕ ਇਸ਼ਕ ਜਿਹੜਾ ਹੈ ਰੱਬ ਨਾਲ ਬਹੁਤ ਜ਼ਰੂਰੀ ਹੈ। ਤੇ ਇਸ਼ਕ ਮਜਾਜ਼ੀ 'ਤੇ ਵੀ ਉਹਨਾਂ ਨੇ ਗੱਲ ਕੀਤੀ ਹੈ, ਉਹਨੂੰ ਉਹ ਇਸ਼ਕ ਸੈਕੰਡਰੀ ਤੌਰ 'ਤੇ ਕੰਸੀਡਰ ਕਰਦੇ ਨੇ। ਜਿਹੜਾ ਉਹਨਾਂ ਦੀ ਸ਼ਾਇਰੀ ਤੋਂ ਸਾਨੂੰ ਪ੍ਰੋਪਰ ਤਰੀਕੇ ਨਾਲ ਜ਼ਾਹਿਰ ਹੁੰਦਾ ਹੈ ਕਿ ਕਿੱਡੀ ਕੁ ਅੱਲਾਹ ਤਾਲਾ ਦੇ ਇਸ਼ਕ ਦੀ ਗੂੜ ਉਹਨਾਂ ਦੀ ਸ਼ਾਇਰੀ 'ਚ ਪਾਈ ਜਾਂਦੀ ਹੈ। ਮੀਆਂ ਸਾਹਿਬ ਦਾ ਸ਼ੇਰ ਹੈ ਜਿਵੇਂ ਕਿ ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਐਵੇਂ ਆ ਭੁਗਤੇ, ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਐਵੇਂ ਆ ਭੁਗਤੇ, ਇਸ਼ਕੇ ਬਾਦ ਮੁਹੰਮਦ ਬਖਸ਼ਾ ਕਿਆ ਆਦਮ ਕਿਆ ਕੁੱਤੇ। ਇਸ਼ਕ 'ਚ ਆਜਜ਼ੀ ਤੇ ਇਨਕਸਾਰੀ ਹੋਣੀ ਚਾਹੀਦੀ ਹੈ। ਜਦੋਂ ਇਨਸਾਨ ਰੱਬ ਦੇ ਨਾਲ ਇਸ਼ਕ ਤੇ ਲੋ ਲਾ ਲੈਂਦਾ ਹੈ ਤੇ ਉਸ ਤੋਂ ਬਾਅਦ ਇਨਸਾਨ ਦੀ ਕਦਰ ਜਿਹੜੀ ਹੈ, ਇਨਸਾਨ ਆਪਣੇ ਆਪ ਨੂੰ ਬਹੁਤ ਨੀਵਾਂ ਤੇ ਨਖਿੱਤ ਸਮਝਣ ਲੱਗ ਪੈਂਦਾ ਹੈ। ਤੇ ਅਸਲ ਇਸ਼ਕ ਇਹੀ ਹੈ ਇਨਸਾਨ ਦੇ ਦਿਲ ਵਿੱਚ, ਜਦੋਂ ਇਹ ਅਹਿਸਾਸ ਪੈਦਾ ਹੋ ਜਾਏ ਕਿ ਮੈਂ ਕੁਛ ਨਹੀਂ, ਮੈਂ ਸਿਰਫ ਮਿੱਟੀ ਹਾਂ ਤੇ ਮੈਂ ਮਿੱਟੀ ਹੋ ਜਾਣਾ ਹੈ, ਸਿਰਫ ਰੱਬ ਹੀ ਰੱਬ ਹੈ। ਉਹ ਇਸ਼ਕ ਦੀ ਉਹ ਮੰਜ਼ਿਲ ਹੈ ਜਿੱਥੇ ਇਹ ਸਾਡੇ ਸੂਫੀ ਸ਼ੋਰਾ ਪਹੁੰਚ ਗਏ ਸਨ। ਤੇ ਇਸ ਪਰ ਉਹ ਮੀਆਂ ਮੁਹੰਮਦ ਬਖਸ਼ ਨੇ ਆਖਿਆ ਕਿ ਇਸ਼ਕੇ ਬਾਦ ਮੁਹੰਮਦ ਬਖਸ਼ਾ ਕਿਆ ਆਦਮ ਕਿਆ ਕੁੱਤੇ। ਇੱਕ ਹੋਰ ਜਿਹੜਾ ਸ਼ੇਰ ਹੈ ਮੀਆਂ ਸਾਹਿਬ ਨੇ ਇਸ਼ਕ ਦੇ ਬਾਰੇ ਹੀ, ਇਸ਼ਕ ਹਕੀਕੀ ਬਾਰੇ ਆਖਿਆ ਹੈ ਕਿ ਇਸ਼ਕੋ ਬਾਜ ਈਮਾਨ ਕੋ ਹਾਇਆ ਕਹਿਨ ਈਮਾਨ ਸਲਾਮਤ, ਇਸ਼ਕੋ ਬਾਦ ਈਮਾਨ ਕੋ ਹਾਇਆ ਕਹਿਨ ਈਮਾਨ ਸਲਾਮਤ, ਮਰ ਕੇ ਜੀਵਨ ਸਿਫਤ ਇਸ਼ਕ ਦੀ ਦਮ ਦਮ ਰੋਜ਼ੇ ਕਿਆਮਤ। ਇਹ ਜਿਹੜੇ ਸ਼ੇਰ ਨੇ ਮੈਂ ਤੁਹਾਨੂੰ ਉਹਨਾਂ ਦੀ ਸ਼ਾਇਰੀ ਦੀ ਖੂਬੀਆਂ ਇੱਕ ਇੱਕ ਕਰਕੇ ਦੱਸਾਂਗਾ। ਇਸ਼ਕ ਅਖਲਾਕੀਆਤ ਹੈ, ਆਜਜ਼ੀ ਤੇ ਇਨਕਸਾਰੀ ਹੈ, ਤਸੱਵੁਫ ਹੈ, ਤੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ 2-2 3-3 ਸ਼ੇਰ ਵੀ ਦੱਸਾਂਗਾ। ਉਸ ਤੋਂ ਇਲਾਵਾ ਇੱਕ ਸ਼ਾਇਰੀ ਦਾ PDF ਜਿਹੜਾ ਹੈ ਮੈਂ ਉਹ ਬਣਾ ਕੇ ਜਿਹੜੇ ਨੋਟਸ ਹੋਣਗੇ ਲੈਕਚਰ ਦੇ ਉਹ ਵੀ ਮੈਂ ਅਪਲੋਡ ਕਰਵਾ ਦਿਆਂਗਾ। ਉਹਦੇ 'ਚ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਤੁਸੀਂ ਇਸ਼ਕ ਦੇ ਜੇ ਮੀਆਂ ਮੁਹੰਮਦ ਬਖਸ਼ ਦੀ ਸ਼ਾਇਰੀ ਦਾ ਇਸ਼ਕ ਦਾ ਪੋਰਸ਼ਨ ਪੜ੍ਹ ਰਹੇ ਹੋ ਤੇ ਉਹਦੇ 'ਚ ਤੁਹਾਡੇ ਕੋਲ 3 ਤੋਂ 5 ਸ਼ੇਰ ਹੋਣਗੇ। ਉਹਦੇ 'ਚੋਂ ਤੁਸੀਂ ਕੋਈ 2 ਯਾਦ ਕਰ ਲਓ ਤੇ ਇਸ਼ਕ ਦੇ ਜਦੋਂ ਸਵਾਲ ਆਏ ਤੇ ਉਹਨਾਂ 5 ਚੋਂ ਕੋਈ 2-3 ਉਹਦੇ 'ਚ ਪਰ ਪੈਰਾਗ੍ਰਾਫ ਐਡ ਕਰੋ, ਤੁਹਾਡੇ ਬੜੇ ਚੰਗੇ ਨੰਬਰ ਬਣਦੇ ਜਾਣਗੇ। ਤੇ ਕਿਉਂਕਿ ਮੀਆਂ ਮੁਹੰਮਦ ਬਖਸ਼ ਨੇ ਆਪਣੀ ਜ਼ਿੰਦਗੀ 'ਚ ਉਹ ਇੱਕ ਲੰਬਾ ਸਫ਼ਰ ਕੀਤਾ ਕਸ਼ਮੀਰ ਦਾ, ਤੇ ਉੱਥੇ ਦੁਨੀਆ ਦੇ ਨਜ਼ਾਰੇ ਵੇਖੇ ਤੇ ਰੱਬ ਦੀ ਕੁਦਰਤ ਵੇਖੀ ਤੇ ਲੋਕਾਂ ਦੇ ਨਾਲ ਮਿਲੇ, ਲੋਕਾਂ ਦਾ ਬਹਿਣ ਸਹਿਣ ਉੱਠਣ, ਉਹਨਾਂ ਦਾ ਤਹਿਜ਼ੀਬੋ ਸਕਾਫਤ ਕਲਚਰ ਸਾਰਾ ਕੁਝ ਵੇਖਿਆ, ਰਸਮੋ ਰਿਵਾਜ, ਵਿਆਹ ਮਰਗ ਸਭ ਵੇਖਿਆ। ਉਹਨਾਂ ਦੀ ਸ਼ਾਇਰੀ 'ਚ ਸਾਨੂੰ ਅਖਲਾਕੀਆਤ ਦਾ ਬਹੁਤ ਵੱਡਾ ਜਿਹੜਾ ਹੈ ਇੱਕ ਰੰਗ ਨਜ਼ਰ ਆਉਂਦਾ ਹੈ। ਤੇ ਅਖਲਾਕੀਆਤ ਬਾਰੇ ਇੱਕ ਉਹਨਾਂ ਦਾ ਬੜਾ ਆਮ ਜਿਹਾ ਸ਼ੇਰ ਹੈ, ਆਮ ਤੇ ਨਹੀਂ ਮੈਂ ਆਖਾਂਗਾ ਲੇਕਿਨ ਜ਼ੁਬਾਨ ਜ਼ਦੇ ਆਮ ਸ਼ੇਰ ਹੈ ਕਿ ਨੀਚਾਂ ਦੀ ਆਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ,
ਨੀਚਾਂ ਦੀ ਆਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਕਿੱਕਰ ਤੇ ਅੰਗੂਰ ਚੜਾਇਆ ਹਰ ਗੁੱਛਾ ਜ਼ਖਮਾਇਆ। ਐਸੇ ਤਰੀਕੇ ਨਾਲ ਉਹਨਾਂ ਦਾ ਇੱਕ ਹੋਰ ਸ਼ੇਰ ਹੈ ਕਿ ਕਾਲੇ ਪੂਰੇ ਚਾਹ ਖੁੰਬ ਕਰੀਏ, ਕਾਲੇ ਪੂਰੇ ਚਾਹ ਖੁੰਬ ਕਰੀਏ, ਕਾਲਾ ਫਿਰ ਵੀ ਕਾਲਾ, ਮੂਰਖ ਨੂੰ ਕੀ ਪੰਦ ਨਸੀਹਤ, ਪੱਥਰ ਨੂੰ ਕੀ ਪਾਲਾ। ਤੇ ਮੀਆਂ ਸਾਹਿਬ ਦੀ ਸ਼ਾਇਰੀ ਤੋਂ ਸਾਨੂੰ ਜਿਹੜੇ ਮੁਆਸ਼ਰੇ ਦੇ ਇਖਲਾਕੀਆਤ ਨੇ ਉਹ ਬੜੀ ਨਜ਼ਰ ਆਉਂਦੀਆਂ ਨੇ ਕਿ ਇੱਕ ਜਿਹੜਾ ਬੇਵਕੂਫ ਬੰਦਾ ਹੈ ਉਹਨੂੰ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਜਿੰਨੇ ਮਰਜ਼ੀ ਦਲਾਇਲ ਦੇ ਲਓ, ਜੇ ਉਹਦੇ ਦਿਮਾਗ ਨੇ ਨਹੀਂ ਮੰਨਣਾ ਤੇ ਉਹਨੇ ਨਹੀਂ ਮੰਨਣਾ। ਇਸ ਕਰਕੇ ਉਹਨਾਂ ਨੇ ਆਖਿਆ ਕਿ ਮੂਰਖ ਨੂੰ ਕੀ ਪੰਦ ਨਸੀਹਤ, ਪੱਥਰ ਨੂੰ ਕੀ ਪਾਲਾ। ਇਹ ਬੜੀ ਛੋਟੀ ਛੋਟੀ ਗੱਲਾਂ ਸਾਨੂੰ ਲੱਗਦੀਆਂ ਨੇ, ਲੇਕਿਨ ਇਹ ਸਾਡੇ ਮੁਆਸ਼ਰੇ 'ਚ ਬਹੁਤ ਕਾਊਂਟ ਹੁੰਦੀਆਂ ਨੇ ਤੇ ਮੀਆਂ ਸਾਹਿਬ ਨੇ ਉਹਨਾਂ ਨੂੰ ਹੀ ਬੜੇ ਗੂੜੇ ਅੰਦਾਜ਼ 'ਚ ਨੋਟ ਕਰਕੇ ਆਪਣੀ ਸ਼ਾਇਰੀ ਦੇ ਲਫ਼ਜ਼ਾਂ 'ਚ ਕਨਵਰਟ ਕੀਤਾ ਹੈ। ਐਸੇ ਤਰੀਕੇ ਇਖਲਾਕੀਆਤ 'ਚ ਉਹ ਆਖਦੇ ਨੇ ਕਿ ਲੋਏ ਲੋਏ ਭਰ ਲੈ ਕੁੜੀਏ, ਜੇ ਤੁਧ ਪਾਂਡਾ ਪਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ। ਹੁਣ ਇਸ ਸ਼ੇਰ ਦੇ ਦੋ ਪਹਿਲੂ ਨੇ। ਇੱਕ ਤੇ ਉਹਨਾਂ ਨੇ ਮੁਆਸ਼ਰਤੀ ਰੰਗ ਦਿੱਤਾ ਹੈ ਕਿ ਖਾਤੂਨ ਨੂੰ ਜਿਹੜਾ ਕੰਮਕਾਰ ਨੇ ਉਹ ਮੁਨਾਸਿਬ ਟਾਈਮ ਤੋਂ ਸੂਰਜ ਦੇ ਗਰੂਬ ਹੋਣ ਤੋਂ ਪਹਿਲੇ ਪਹਿਲੇ ਹੀ, ਢਲਣ ਤੋਂ ਪਹਿਲੇ ਪਹਿਲੇ ਹੀ ਕਰ ਲੈਣੇ ਚਾਹੀਦੇ ਨੇ ਤੇ ਆਰਾਮ ਨਾਲ ਘਰ ਚਲੇ ਜਾਣਾ ਚਾਹੀਦਾ ਹੈ। ਦੂਜਾ ਇਹਦਾ ਰੁਖ ਹੈ ਹਕੀਕੀ ਕਿ ਲੋਏ ਲੋਏ ਪਰ ਲੈ ਕੁੜੀਏ, ਜੇ ਤੁਧ ਭਾਂਡਾ ਪਰਨਾ। ਇੱਥੇ ਕੁੜੀ ਤੋਂ ਮੁਰਾਦ ਇਨਸਾਨ ਹੈ ਕਿ ਜੇ ਇਹ ਇਨਸਾਨ ਤੂੰ ਇਸ ਦੁਨੀਆ 'ਚ ਅੱਲਾਹ ਤਾਲਾ ਨੇ ਤੈਨੂੰ ਭੇਜਿਆ ਹੈ ਤੇ ਤੂੰ ਚਾਹੁੰਦਾ ਹੈ ਕਿ ਆਖਿਰਤ 'ਚ ਤੈਨੂੰ ਕੋਈ ਉਹਦਾ ਰਿਵਾਰਡ ਮਿਲੇ, ਕੋਈ ਅਜਰ ਮਿਲੇ, ਤੇਰੀ ਬਖਸ਼ਿਸ਼ ਹੋਵੇ, ਤੇ ਤੈਨੂੰ ਇਸ ਦੁਨੀਆ ਦੇ ਵਿੱਚ ਟਾਈਮ ਪੂਰਾ ਹੋਣ ਤੋਂ ਪਹਿਲੇ ਪਹਿਲੇ ਕੋਈ ਇੰਜ ਦੇ ਨੇਕ ਕੰਮ ਕਰ ਜਾਣੇ ਚਾਹੀਦੇ ਨੇ ਜਿਹਦੇ ਤੋਂ ਰੱਬ ਰਾਜ਼ੀ ਹੋ ਜਾਵੇ। ਖਿਦਮਤ ਕਰ ਆਵਾਮ ਦੀ, ਲੋਕਾਂ ਦੀ ਮਦਦ ਕਰ, ਅੱਲਾਹ ਦੀ ਇਬਾਦਤ ਕਰ, ਜੋ ਵੀ ਉਹ ਫੈਕਟਰਸ ਨੇ ਉਹ ਸਾਰੇ ਪੂਰੇ ਕਰ। ਤੇ ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ। ਜੇ ਤੂੰ ਕੁਛ ਨਹੀਂ ਕਰੇਗਾ, ਜੇ ਆਪਣਾ ਵਕਤ ਜ਼ਾਇਆ ਕਰਦਾ ਰਹੇਗਾ ਤੇ ਸ਼ਾਮ ਆ ਜਾਏਗੀ, ਤੇਰੀ ਮੌਤ ਆ ਜਾਏਗੀ ਤੇ ਉਸ ਮੌਤ ਤੋਂ ਤੂੰ ਬਚ ਨਹੀਂ ਸਕਦਾ, ਤੇ ਉਸ ਮੌਤ ਤੋਂ ਬਚੇ ਬਗੈਰ ਤੂੰ ਕਿਤੇ ਨਹੀਂ ਜਾ ਸਕਦਾ। ਤੇ ਉਹ ਸ਼ਾਮ ਜਿਹੜੀ ਹੈ ਤੇਰੀ ਮੌਤ ਸਾਬਿਤ ਹੋ ਕੇ ਤੈਨੂੰ ਵਾਪਸ ਰੱਬ ਵੱਲ ਜਾਣਾ ਪਏਗਾ ਤੇ ਤੂੰ ਖਾਲੀ ਹੱਥ ਕਿਸ ਮੂੰਹ ਨਾਲ ਜਾਏਗਾ। ਤੇ ਇਸ ਤਰੀਕੇ ਉਹਨਾਂ ਦੀ ਸ਼ਾਇਰੀ 'ਚ ਸਾਨੂੰ ਦੋ ਦੋ ਰੰਗ ਕਈ ਇਸ਼ਾਰ ਦੇ ਵਿੱਚ ਬਰਾਬਰ ਬਰਾਬਰ ਨਜ਼ਰ ਆਉਣਗੇ। ਜਿੱਥੇ ਹਕੀਕੀ ਰੰਗ ਵੀ ਦਿੱਤਾ ਹੈ ਉਹਨਾਂ ਦਾ, ਮਤਲਬ ਸ਼ੇਰ ਦਾ ਹਕੀਕੀ ਵੀ ਹੋਏਗਾ ਤੇ ਮਜਾਜ਼ੀ ਵੀ ਹੋਏਗਾ। ਐਸੇ ਤਰੀਕੇ ਮੀਆਂ ਸਾਹਿਬ ਦਾ ਇੱਕ ਹੋਰ ਸ਼ੇਰ ਵੀ ਹੈ ਕਿ ਆਮਾ ਬੇਖਲਾਸਾਂ ਅੰਦਰ ਗੱਲ ਖਾਸਾਂ ਦੀ ਕਰਨੀ, ਆਮਾ ਬੇਖਲਾਸਾਂ ਅੰਦਰ ਗੱਲ ਖਾਸਾਂ ਦੀ ਕਰਨੀ, ਮਿੱਠੀ ਖੀਰ ਪਕਾ ਮੁਹੰਮਦ, ਕੁੱਤਿਆਂ ਆਂਗੇ ਤਰਨੀ। ਅਗਲਾ ਜਿਹੜਾ ਅਖਲਾਕੀਆਤ ਤੋਂ ਬਾਅਦ ਉਹਨਾਂ ਦੀ ਸ਼ੇਰ ਦੀ ਸ਼ਾਇਰੀ ਦੀ ਜਿਹੜੀ ਸਭ ਤੋਂ ਵੱਡੀ ਖੂਬੀ ਹੈ ਇਸ਼ਕ ਹਕੀਕੀ, ਇਸ਼ਕ ਮਜਾਜ਼ੀ ਹੈ। ਫਿਰ ਅਖਲਾਕੀਆਤ ਨੇ, ਅਖਲਾਕੀਆਤ 'ਚ ਇੱਕ ਹੋਰ ਸ਼ੇਰ ਹੈ ਮੀਆਂ ਸਾਹਿਬ ਦਾ ਕਿ ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਵੇਲਣੇ ਵਿੱਚ ਗੰਨਾ। ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਵੇਲਣੇ ਵਿੱਚ ਗੰਨਾ, ਰੋ ਨੂੰ ਕੋ ਹੁਣ ਰੋ ਮੁਹੰਮਦ, ਹੁਣ ਰਵੇਂ ਤੇ ਮੰਨਾ। ਕਿ ਇਨਸਾਨ ਜਦੋਂ ਬੜਾ ਆਪਣੇ ਆਪ ਨੂੰ ਸਮਝਦਾ ਨਾ ਕਿ ਮੈਂ ਬਹੁਤ ਵੱਡੀ ਤੋਪ ਹਾਂ ਤੇ ਮੈਂ ਸਭ ਕੁਝ ਕਰ ਲਾਂਗਾ, ਤੇ ਅੱਲਾਹ ਤਾਲਾ ਉਹਨੂੰ ਇੱਕ ਨਾ ਫਿਰ ਥੋੜ੍ਹਾ ਜਿਹਾ ਰੰਗ ਵਿਖਾਉਂਦਾ ਹੈ ਕਿ ਨਹੀਂ ਵੀ ਬੰਦਿਆ ਮੈਂ ਹੈਗਾ ਵਾਂ। ਤੇ ਇਹ ਸਾਰੀ ਚੀਜ਼ਾਂ ਮੀਆਂ ਸਾਹਿਬ ਦੀ ਇਸ ਸ਼ੇਰ ਤੋਂ ਵੀ ਵਾਜ਼ਿਹ ਹੁੰਦੀਆਂ ਨੇ। ਪਹਿਲਾ ਮਤਲਬ ਇਹਦਾ ਇਹ ਵੇ। ਦੂਜਾ ਮਤਲਬ ਇਹ ਵੇ ਕਿ ਫਸ ਗਈ ਜਾਨ ਸ਼ਿਕੰਦੇ ਅੰਦਰ, ਜਿਉਂ ਵੇਲਣੇ ਵਿੱਚ ਗੰਨਾ, ਰੋ ਨੂੰ ਕੋ ਹੁਣ ਰੋ ਮੁਹੰਮਦ, ਹੁਣ ਰਵੇਂ ਤੇ ਮੰਨਾ। ਇਨਸਾਨ ਜਦੋਂ ਮਰ ਜਾਂਦਾ ਹੈ ਉਹਦਾ ਜਿਸਮ ਤੇ ਰੂਹ ਅਲੱਗ-ਅਲੱਗ ਹੋ ਜਾਂਦੀ ਹੈ। ਜਿਸ ਤਰੀਕੇ ਵੇਲਣੇ ਵਿੱਚ ਗੰਨਾ ਪਾਈਏ ਤੇ ਗੰਨੇ ਦਾ ਫੋਕ ਜਿਹੜਾ ਅਲੱਗਾ ਹੋ ਜਾਂਦਾ ਤੇ ਜੂਸ ਜਿਹੜਾ ਹੈ, ਰਸ ਉਹਦਾ ਜਿਹੜਾ ਉਹ ਅਲੱਗ ਹੋ ਜਾਂਦਾ ਹੈ। ਤੇ ਫੋਕ ਜਿਹੜਾ ਹੈ ਉਹ ਸਾਡਾ ਜਿਸਮ ਹੈ, ਕਬਰ 'ਚ ਚਲੇ ਜਾਣਾ ਹੈ, ਉਹਨੇ ਉੱਥੇ ਜਾ ਕੇ ਖਤਮ ਹੋ ਜਾਣਾ ਹੈ। ਤੇ ਰੂਹ ਜਿਹੜਾ ਉਹ ਰਸ ਹੈ ਉਹ ਸਾਡਾ ਰੱਬ ਕੋਲ ਚਲੇ ਜਾਣਾ ਹੈ ਤੇ ਉਹ ਉਸੇ ਸੂਰਤ 'ਚ ਹੀ ਰੱਬ ਦੇ ਸਾਹਮਣੇ ਖੁਸ਼ੀ ਨਾਲ, ਫਖਰ ਨਾਲ ਪੇਸ਼ ਹੋ ਸਕੇਗਾ ਜੇ ਅਸੀਂ ਕੋਈ ਨੇਕ ਕੰਮ ਕੀਤੇ ਹੋਣ। ਇਹ ਦਰਸ ਸਾਨੂੰ ਮੀਆਂ ਸਾਹਿਬ ਦੀ ਸ਼ਾਇਰੀ ਦੇ ਵਿੱਚ ਮਿਲਦਾ ਹੈ ਤੇ ਇਖਲਾਕੀਆਤ ਦੀ ਸਬ ਹੈਡਿੰਗ ਅੰਦਰ ਮਿਲਦਾ ਹੈ। ਤੇ ਜੇ ਇਸ਼ਕ ਬਾਰੇ ਸਵਾਲ ਆਏ, ਇਖਲਾਕੀਆਤ ਬਾਰੇ ਸਵਾਲ ਆਏ, ਮੋਸਟਲੀ ਇਖਲਾਕੀਆਤ ਬਾਰੇ ਆਉਂਦਾ ਹੈ ਤੇ ਸੈਫੁਲ ਮਲੂਕ ਕਿਸ ਤਰੀਕੇ ਨਾਲ ਮੁਆਸ਼ਰਤੀ ਰੰਗ ਦਾ ਨਜ਼ਰੀਆ ਪੇਸ਼ ਕਰਦੀ ਹੈ ਉਹਦੇ ਬਾਰੇ ਮੀਆਂ ਸਾਹਿਬ ਦੀ ਸ਼ਾਇਰੀ ਦਾ ਸਵਾਲ ਆਉਂਦਾ ਹੈ। ਤੇ ਉਹਦੇ ਵਿੱਚ ਤੁਸੀਂ ਇਖਲਾਕੀਆਤ ਦੇ ਜਿਹੜੇ ਸ਼ੇਰ ਮੈਂ ਤੁਹਾਨੂੰ ਦੱਸੇ ਨੇ ਤੁਸੀਂ ਉਹ ਨੋਟ ਕਰ ਲਓ ਤੇ ਉਹਨਾਂ ਨੂੰ ਉਸ ਸਵਾਲਾਤ 'ਚ ਲਿਖ ਸਕਦੇ ਹੋ। ਤੀਸਰਾ ਪੁਆਇੰਟ ਜਿਹੜਾ ਹੈ ਉਹ ਮੀਆਂ ਸਾਹਿਬ ਦੀ ਸ਼ਾਇਰੀ ਦਾ ਆਜਜ਼ੀ ਤੇ ਇਨਕਿਸਾਰੀ ਉੱਤੇ ਵੇ। ਸਾਰੇ ਸਾਡੇ ਜਿਹੜੇ ਕਲਾਸੀਕਲ ਸ਼ਾਇਰ ਨੇ ਇਹਨਾਂ ਦੀ ਸ਼ਾਇਰੀ 'ਚ ਸਾਨੂੰ ਜਿਹੜੇ ਮੇਨ ਰੰਗ ਲੱਭਦੇ ਨੇ ਉਹਨਾਂ 'ਚੋਂ ਇਸ਼ਕ ਵੀ ਹੈ, ਤਸੱਵੁਫ ਵੀ ਹੈ ਤੇ ਆਜਜ਼ੀ ਤੇ ਇਨਕਿਸਾਰੀ ਤੇ ਹਰ ਕਿਸੇ 'ਚ ਸਾਨੂੰ ਲੱਭਦੀ ਹੈ। ਤੇ ਮੀਆਂ ਸਾਹਿਬ ਆਖਦੇ ਨੇ ਆਜਜ਼ੀ ਤੇ ਇਨਕਿਸਾਰੀ ਬਾਰੇ ਕਿ ਮੈਂ ਪਾਪੀ ਸ਼ਰਮਿੰਦਾ ਝੂਠਾ, ਮੈਂ ਮੁਹੰਮਦ ਚੋਰ।
ਮੈਂ ਪਾਪੀ ਸ਼ਰਮਿੰਦਾ ਝੂਠਾ ਮੈਂ ਮੁਹੰਮਦ ਚੋਰ, ਜਿਸ ਦਾ ਲੋਕੀ ਕਲਮਾ ਪੜ੍ਹਦੇ ਉਹ ਮੁਹੰਮਦ ਹੋਰ। ਹੁਣ ਕਿਉਂਕਿ ਮੀਆਂ ਸਾਹਿਬ ਬਹੁਤ ਪੜ੍ਹੇ ਲਿਖੇ ਸਨ, ਇਬਾਦਤ ਗੁਜ਼ਾਰ ਸਨ, ਅਤੇ ਲੋਕੀ ਉਹਨਾਂ ਨੂੰ ਇੱਜ਼ਤ ਦਿੰਦੇ ਸਨ, ਪਿਆਰ ਕਰਦੇ ਸਨ ਅਤੇ ਮੋਤਬਰ ਸਮਝਦੇ ਸਨ। ਲੇਕਿਨ ਮੀਆਂ ਸਾਹਿਬ ਨੇ ਆਪਣੇ ਇਸ ਸ਼ੇਰ ਬਾਰੇ ਦੇ ਥਰੂ ਸਾਨੂੰ ਦੱਸਿਆ ਕਿ ਆਜਿਜ਼ ਸਨ, ਬਿਲਕੁਲ ਆਜਿਜ਼ੀ ਅਤੇ ਇਨਕਸਾਰੀ ਕੁੱਟ ਕੇ ਉਹਨਾਂ ਦੀ ਜ਼ਿੰਦਗੀ 'ਚ ਵੀ ਭਰੀ ਸੀ ਅਤੇ ਸ਼ਾਇਰੀ 'ਚ ਵੀ ਭਰੀ ਸੀ। ਉਹਨਾਂ ਨੇ ਆਖਿਆ, ਹੁਣ ਇਹਦਾ ਲਫ਼ਜ਼ੀ ਮਤਲਬ ਤਾਂ ਹੋਰ ਬਣਦਾ ਹੈ, ਲੇਕਿਨ ਜਿਹੜਾ ਇਹਦਾ ਫਿਗੂਰੇਟਿਵ ਮਤਲਬ ਹੈ ਉਹ ਇਹੋ ਹੀ ਹੈ ਕਿ ਮੀਆਂ ਸਾਹਿਬ ਆਪਣੀ ਆਜਜ਼ੀ ਅਤੇ ਇਨਕਸਾਰੀ ਸ਼ੋਅ ਕਰਨਾ ਚਾਹੁੰਦੇ ਸਨ ਕਿ ਲੋਕੀ ਉਹਨਾਂ ਨੂੰ ਜਿਹੜਾ ਮੋਤਬਰ ਸਮਝਦੇ ਨੇ ਉਹ ਰੱਬ ਦੀ ਦੇਣ ਨੇ, ਵਿਦਾਊਟ ਐਨੀ ਡਾਊਟ ਉਹ ਰੱਬ ਦੀ ਦੇਣ ਨੇ, ਲੇਕਿਨ ਇਨਸਾਨ ਦੀ ਆਜਜ਼ੀ ਹੀ ਰੱਬ ਨੂੰ ਪਸੰਦ ਆਉਂਦੀ ਹੈ। ਉਹੀ ਇਹਨਾਂ ਨੇ ਇੱਥੇ ਮੈਂ ਪਾਪੀ ਸ਼ਰਮਿੰਦਾ ਝੂਠਾ ਮੈਂ ਮੁਹੰਮਦ ਚੋਰ, ਜਿਸ ਦਾ ਲੋਕੀ ਕਲਮਾ ਪੜ੍ਹਦੇ ਉਹ ਮੁਹੰਮਦ ਹੋਰ, ਇਸ ਸ਼ੇਰ ਵਿੱਚ ਇਹ ਉਹਨਾਂ ਨੇ ਆਖਿਆ ਹੈ। ਅਤੇ ਇਸੇ ਤਰੀਕੇ ਸਾਨੂੰ ਆਜਜ਼ੀ ਅਤੇ ਇਨਕਸਾਰੀ ਦੀ ਹੋਰ ਬੜੀਆਂ ਮਿਸਾਲਾਂ ਮਿਲਦੀਆਂ ਨੇ, ਜਿਵੇਂ ਇੱਕ ਪਿਛਲਾ ਸ਼ੇਰ ਵੀ ਸੀ ਕਿ ਫਸ ਗਈ ਜਾਨ ਸ਼ਿਕੰਜੇ ਅੰਦਰ ਜਿਉਂ ਵੇਲਣੇ ਵਿੱਚ ਗੰਨਾ, ਰੋ ਨੂੰ ਕੋ ਹੁਣ ਰੋ ਮੁਹੰਮਦ ਹੁਣ ਰਵੇਂ ਤੇ ਮੰਨਾ। ਅਤੇ ਜੇ ਇਹ ਆਜਿਜ਼ ਅਤੇ ਇਨਕਸਾਰੀ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਦਾ ਸ਼ੇਵਾ ਬਣ ਜਾਏ ਅਤੇ ਉਹ ਉਸ ਮੰਜ਼ਿਲ ਨੂੰ ਵੀ ਪਾਰ ਕਰ ਜਾਂਦਾ ਹੈ ਜਿਹਦੇ ਵਿੱਚ ਇਨਸਾਨ ਉਸ ਮੰਜ਼ਿਲ ਨੂੰ ਵੀ ਪਾਰ ਕਰ ਜਾਂਦਾ ਹੈ ਜਿਹੜੀ ਇਨਸਾਨ ਆਪਣੇ ਰੱਬ ਵੱਲ ਜਾ ਰਿਹਾ ਹੁੰਦਾ ਹੈ। ਉਸ ਤੋਂ ਬਾਅਦ ਆਜਿਜ਼ੀ ਅਤੇ ਇਨਕਸਾਰੀ ਤੋਂ ਬਾਅਦ ਸਾਡੇ ਕੋਲ ਮੁਰਸ਼ਦ ਦੇ ਨਾਲ ਮੁਹੱਬਤ ਹੈ ਅਤੇ ਮੁਰਸ਼ਦ ਦੇ ਨਾਲ ਪਿਆਰ ਹੈ, ਕਿਉਂਕਿ ਮੀਆਂ ਸਾਹਿਬ ਜਿਹੜੇ ਸਨ ਉਹ ਮੀਆਂ ਸਾਹਿਬ ਦੇ ਵਾਲਿਦ ਜਿਹੜੇ ਸਨ ਉਹ ਗੱਦੀ ਨਸ਼ੀਨ ਵੀ ਸਨ, ਪੀਰ ਸ਼ਾਹ ਗਾਜ਼ੀ ਕਲੰਦਰ ਦੇ ਮੁਰੀਦ ਵੀ ਸਨ, ਅਤੇ ਇਹਨਾਂ ਦੇ ਵੱਡੇ ਭਰਾ ਬਹਾਵਲ ਸ਼ੇਰ ਜਿਹੜੇ ਉਹ ਵੀ ਇਹਨਾਂ ਦੇ ਗੱਦੀ ਨਸ਼ੀਨ ਸਨ। ਅਤੇ ਇਸ ਕਰਕੇ ਬਚਪਨ ਤੋਂ ਹੀ ਮੀਆਂ ਸਾਹਿਬ ਜਿਹੜਾ ਮੁਰਸ਼ਦ ਦੀ ਮੁਹੱਬਤ ਵੇਖਦੇ ਆਏ, ਅਤੇ ਮੀਆਂ ਸਾਹਿਬ ਨੇ ਮੁਰਸ਼ਦ ਦੀ ਮੁਹੱਬਤ ਬਾਰੇ ਆਖਿਆ ਵੀ ਹੈ ਕਿ ਆਜਿਜ਼ ਨਿਰਧਨ ਉਸ ਦੇ ਦਰ 'ਤੇ ਲੱਖ ਨਿਆਮਤ ਖਾਂਦੇ, ਆਜਿਜ਼ ਨਿਰਧਨ ਉਸ ਦੇ ਦਰ 'ਤੇ ਲੱਖ ਨਿਆਮਤ ਖਾਂਦੇ, ਇੱਕ ਦੁਮੜੀ ਦਾ ਤੋਹਫਾ ਲੈ ਕੇ ਦੇਂਦਾ ਦਾਮ ਲਿਖਾਂਦੇ। ਕਿ ਮੁਰਸ਼ਦ ਅੱਲਾਹ ਤਾਲਾ ਨੇ ਉਹ ਜ਼ਾਤ ਬਣਾਈ ਹੈ ਕਿ ਜਿਹਦੇ ਕੋਲ ਬੰਦਾ ਜਾਂਦਾ ਹੈ ਅਤੇ ਆਪਣੇ ਦੁੱਖ ਦੱਸਦਾ ਹੈ ਅਤੇ ਉਹਨੂੰ ਥੋੜ੍ਹਾ ਜਿਹਾ ਚੜਾਵਾ ਦਿੰਦਾ ਹੈ, ਅਤੇ ਉਸ ਚੜਾਵੇ ਦੇ ਬਦਲੇ, ਉਸ ਸਿੱਕਿਆਂ ਦੇ ਬਦਲੇ ਜਾਂ ਛੋਟੇ ਜਿਹੜੇ ਤੁਸੀਂ ਜਿਹੜਾ ਵੀ ਚੜਾਵਾ ਦਿੰਦੇ ਹੋ ਉਹਦੇ ਬਦਲੇ ਤੁਹਾਨੂੰ ਤੁਹਾਡਾ ਦਿਲ ਦਰਿਆ ਖੋਲ੍ਹ ਦਿੰਦਾ ਹੈ, ਅਤੇ ਉਹ ਸਾਰਾ ਅੱਲਾਹ ਦੇ ਹੁਕਮ ਨਾਲ ਹੀ ਹੁੰਦਾ ਹੈ। ਲੇਕਿਨ ਉਹ ਮੁਰਸ਼ਿਦ ਨੂੰ ਅੱਲਾਹ ਤਾਲਾ ਨੇ ਇੱਕ ਜ਼ਰੀਆ ਬਣਾਇਆ ਅਤੇ ਉਸ ਨੂੰ ਮੀਆਂ ਸਾਹਿਬ ਨੇ ਆਪਣੀ ਇਸ ਸ਼ਾਇਰੀ ਦੇ ਵਿੱਚ ਬਿਆਨ ਕੀਤਾ ਹੈ। ਉਸ ਤੋਂ ਬਾਅਦ ਸਾਨੂੰ ਮੀਆਂ ਸਾਹਿਬ ਦੀ ਸ਼ਾਇਰੀ 'ਚ ਇਸ਼ਕ, ਅਖਲਾਕੀਆਤ, ਮੁਰਸ਼ਦ ਤੋਂ ਬਾਅਦ ਜਜ਼ਬਾਤ ਨਿਗਾਰੀ ਦਾ ਬਹੁਤ ਵੱਡਾ ਇੱਕ ਅੰਸਰ ਨਜ਼ਰ ਆਉਂਦਾ ਹੈ, ਅਤੇ ਕਈ ਵਾਰੀ ਸਵਾਲ ਜਿਹੜਾ ਹੈ ਉਹ ਅਖਲਾਕੀਆਤ ਅਤੇ ਜਜ਼ਬਾਤ ਨਿਗਾਰੀ ਦੋਵਾਂ ਨੂੰ ਮਿਲਾ ਕੇ ਜਿਹੜਾ ਹੈ ਉਹ ਆ ਜਾਂਦਾ ਹੈ। ਅਤੇ ਮੁਖਤਲਿਫ ਤਰ੍ਹਾਂ ਦੇ ਜਜ਼ਬਾਤ ਮੀਆਂ ਸਾਹਿਬ ਨੇ ਆਪਣੀ ਸ਼ਾਇਰੀ ਵਿੱਚ ਬਿਆਨ ਕੀਤੇ ਨੇ, ਜਿਹਦੇ 'ਚੋਂ ਮੁਹੱਬਤ, ਇਸ਼ਕ ਪਹਿਲੇ ਨੰਬਰ 'ਤੇ ਵੇ, ਉਸ ਤੋਂ ਇਲਾਵਾ ਦੁਨੀਆ ਬਾਰੇ ਜਿਹੜੀ ਕੌੜ ਹੈ ਕਿ ਇਹ ਦੁਨੀਆ ਫਾਨੀ ਹੈ ਉਹ ਦੂਸਰੇ ਨੰਬਰ 'ਤੇ। ਇਸ ਤਰੀਕੇ ਨਾਲ ਹੋਰ ਬੜੇ ਜਜ਼ਬਾਤ ਨੇ ਜਿਹੜੇ ਮੀਆਂ ਸਾਹਿਬ ਨੇ ਆਪਣੀ ਸ਼ਾਇਰੀ ਦੇ ਵਿੱਚ ਬਿਆਨ ਕੀਤੇ। ਮੀਆਂ ਸਾਹਿਬ ਆਪਣੇ ਮਤਲਬ ਮਾਹੀ ਦੇ ਬਾਰੇ, ਮੁਹੱਬਤ ਦੇ ਬਾਰੇ, ਇਹ ਮਜਾਜ਼ੀ ਵੀ ਹੈ ਅਤੇ ਹਕੀਕੀ ਵੀ ਹੈ, ਦੋਵੇਂ ਸੂਰਤਾਂ 'ਚ ਆ ਸਕਦਾ ਹੈ ਕਿ ਸੁਫਨੇ ਦੇ ਵਿੱਚ ਮਾਹੀ ਆਇਆ ਅਤੇ ਮੈਂ ਗਲ ਵਿੱਚ ਪਾ ਲੀਆਂ ਬਾਵਾਂ, ਸੁਫਨੇ ਦੇ ਵਿੱਚ ਮਾਹੀ ਆਇਆ ਅਤੇ ਮੈਂ ਗਲ ਵਿੱਚ ਪਾ ਲੀਆਂ ਬਾਵਾਂ, ਡਰ ਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ। ਮਤਲਬ ਇੱਥੇ ਹੁਣ ਜੁਦਾਈ ਦਾ ਡਰ ਵੀ ਹੈ, ਜਜ਼ਬਾ ਜਿਹੜਾ ਹੈ ਜੁਦਾਈ ਵੀ ਹੈ, ਮੁਹੱਬਤ ਵੀ ਹੈ, ਕੁਰਬਤ ਵੀ ਹੈ, ਉਹ ਸਾਰਿਆਂ ਨੂੰ ਜਿਹੜਾ ਹੈ ਨਾ ਮੀਆਂ ਸਾਹਿਬ ਨੇ ਇੱਕ ਸ਼ੇਰ ਦੇ ਵਿੱਚ ਪਰੋ ਦਿੱਤਾ ਕਿ ਸੁਫਨੇ ਦੇ ਵਿੱਚ ਮਾਹੀ ਆਇਆ ਅਤੇ ਮੇਰਾ ਦਿਲ ਨਹੀਂ ਕਰ ਰਿਹਾ ਕਿ ਮੈਂ ਹੁਣ ਆਪਣੀਆਂ ਅੱਖਾਂ ਖੋਲਾਂ, ਕਿਉਂਕਿ ਮੈਨੂੰ ਉਹ ਨਜ਼ਰ ਆ ਰਿਹਾ ਹੈ, ਮੈਂ ਖੁਆਬ 'ਚ ਵਿੱਚ ਵੇਖਦੀ ਪਈ ਹਾਂ ਜਾਂ ਵੇਖਦਾ ਪਿਆ ਵਾਂ, ਮੈਨੂੰ ਉਹ ਨਜ਼ਰ ਆ ਰਿਹਾ ਅਤੇ ਮੈਂ ਉਸ ਡਰ ਪਾਰੋਂ ਆਪਣੀ ਅੱਖਾਂ ਨਹੀਂ ਖੋਲ੍ਹਦੀ ਪਈਆਂ ਕਿ ਇਹ ਕਿਤੇ ਟੋਰੀ ਨਾ ਜਾਏ। ਇਹ ਜਿਹੜਾ ਵਿਸਾਲ ਦਾ, ਮੁਲਾਕਾਤ ਦਾ ਜਿਹੜਾ ਇਹ ਵਕਤ ਹੈ, ਇਹ ਮੇਰੇ ਕਿਸੇ ਅੱਖਾਂ ਖੋਲ੍ਹਣ ਦੇ ਵਜ੍ਹਾ ਤੋਂ ਮੇਰਾ ਜਿਹੜਾ ਆਸ਼ਿਕ ਹੈ, ਜਿਹੜਾ ਮੇਰਾ ਮਹਿਬੂਬ ਹੈ, ਉਹ ਮੇਰੇ ਤੋਂ ਦੂਰ ਨਾ ਹੋ ਜਾਵੇ। ਇਸੇ ਤਰੀਕੇ ਫਿਰ ਮੀਆਂ ਮੁਹੰਮਦ ਬਖਸ਼ ਇੱਕ ਹੋਰ ਥਾਂ ਆਖਦੇ ਨੇ ਕਿ ਦਿਲਬਰ ਮਾਹੀ ਆਉਂਦਾ ਨਹੀਂ ਤੇ ਜਾਨ ਪਈ ਵਿੱਚ ਫਿਕਰਾਂ, ਦਿਲਬਰ ਮਾਹੀ ਆਉਂਦਾ ਨਹੀਂ ਤੇ ਜਾਨ ਪਈ ਵਿੱਚ ਫਿਕਰਾਂ, ਪਾਟੀ ਲੀਰ ਪੁਰਾਣੀ ਵਾਂਗੂ ਟੰਗ ਗਿਓ ਵਿੱਚ ਕਿਕਰਾਂ। ਕਿ ਇੱਕ ਤੇ ਪਹਿਲੇ ਜਿਹੜਾ ਮੇਰਾ ਮਹਿਬੂਬ ਹੈ ਉਹ ਮੈਨੂੰ ਆਪਣੇ ਨਾਲ ਮੁਹੱਬਤ ਦੇ ਵਿੱਚ ਰਚਾ ਗਿਆ, ਹੁਣ ਮੈਂ ਉਹਦਾ ਇੰਤਜ਼ਾਰ ਕਰਦਾ ਪਿਆ ਤੇ ਆ ਵੀ ਨਹੀਂ ਰਿਹਾ। ਉਹ ਜਿਸ ਤਰੀਕੇ ਨਾਲ ਇੱਕ ਪਾਟਿਆ ਪੁਰਾਣਾ ਕੱਪੜਾ ਜਿਹੜਾ ਹੈ ਉਹ ਕਿੱਕਰ ਦੀ ਦਰਖਤ ਦੇ ਕੰਢੇ ਉੱਤੇ ਅੜ ਜਾਂਦਾ ਹੈ, ਉਸੇ ਤਰੀਕੇ ਮੇਰੀ ਜਾਨ ਵੀ ਅੜੀ ਹੋਈ ਹੈ, ਨਾ ਨਿਕਲਦੀ ਪਈ ਹੈ
ਇੰਤਜ਼ਾਰ ਦੇ ਵਿੱਚ ਤੜਪਦੀ ਵੀ ਪਈ ਹੈ ਤੇ ਉਹਦੀ ਮੁਹੱਬਤ ਦੇ ਜਜ਼ਬੇ 'ਚ ਜਿਹੜਾ ਹੈ ਉਹ ਜਾਗਦੀ ਵੀ ਪਈ ਹੈ ਤੇ ਦਿਲ ਵੀ ਕਰ ਰਿਹਾ ਕਿ ਮੇਰਾ ਮਹਿਬੂਬ ਆ ਵੀ ਜਾਵੇ ਤੇ ਮੈਂ ਇੰਤਜ਼ਾਰ ਵੀ ਕਰੀ ਜਾ ਰਹੀ ਹਾਂ ਤੇ ਪਾਰਟੀ ਲੀਰ ਪੁਰਾਣੀ ਵਾਂਗੂ ਟੰਗ ਗਿਓ ਵਿੱਚ ਕਕਰਾਂ। ਤੇ ਐਸੇ ਤਰੀਕੇ ਇੱਕ ਹੋਰ ਜਜ਼ਬਾ ਜਿਹੜਾ ਮੁਆਸ਼ਰੇ ਦਾ ਮੀਆਂ ਸਾਹਿਬ ਨੇ ਆਪਣੇ ਤਜਰਬੇ ਨਾਲ ਸਾਨੂੰ ਦੱਸਿਆ ਉਹ ਇਹ ਵੇ ਕਿ ਦੁਸ਼ਮਣੀ ਤੇ ਸਾਨੂੰ ਜਿਹੜਾ ਹੈ ਬਹੁਤੀ ਖੁਸ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਬੁਰਾ ਵਕਤ ਕਿਸੇ ਤੇ ਵੀ ਆ ਸਕਦਾ। ਤੇ ਉਹ ਆਖਦੇ ਨੇ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ, ਡੀਗਰ ਤੇ ਦਿਨ ਗਿਆ ਮੁਹੰਮਦ ਓੜਕ ਨੂੰ ਡੁੱਬ ਜਾਣਾ। ਕਿ ਅਰੂਜ ਤੇ ਜ਼ਵਾਲ ਜਿਹੜਾ ਹੈ ਉਹ ਇਨਸਾਨ ਨੂੰ ਦੱਸ ਕੇ ਨਹੀਂ ਆਉਂਦਾ, ਰੱਬ ਵੱਲੋਂ ਹੁੰਦਾ ਹੈ। ਤੇ ਜਦੋਂ ਇਨਸਾਨ ਤੇ ਅਰੂਜ ਹੋਏ ਉਦੋਂ ਇਨਸਾਨ ਨੂੰ ਬਹੁਤ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਤੇ ਜਦੋਂ ਜ਼ਵਾਲ ਆਏ ਉਦੋਂ ਇਨਸਾਨ ਨੂੰ ਸਿਰਫ ਉਦੋਂ ਹੀ ਰੱਬ ਦੇ ਨੇੜੇ ਨਹੀਂ ਹੋਣਾ ਚਾਹੀਦਾ ਬਲਕਿ ਆਪਣੇ ਅਰੂਜ ਦੇ ਦੌਰ ਤੇ ਵੀ ਹੋਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਸਾਨੂੰ ਮੀਆਂ ਸਾਹਿਬ ਦੀ ਸ਼ਾਇਰੀ 'ਚ ਉਹ ਜਜ਼ਬਾਤ ਨੇ ਜਿਹੜੇ ਉਹਨਾਂ ਨੇ ਮੁਆਸ਼ਰੇ ਦੇ ਵਿੱਚ ਵੇਖੇ ਤੇ ਆਪਣੀ ਸ਼ਾਇਰੀ ਦੇ ਥਰੂ ਸਾਨੂੰ ਦੱਸੇ। 5 ਸ਼ਾਇਰੀ ਦੀ ਖੂਬੀਆਂ ਸਨ ਮੀਆਂ ਸਾਹਿਬ ਦੀਆਂ ਜਿਹੜੀਆਂ ਮੇਜਰ ਨੇ ਉਹ ਮੈਂ ਤੁਹਾਨੂੰ ਦੱਸੀਆਂ ਨੇ ਤੇ ਉਹਦੇ ਕੁਛ ਅਸ਼ਾਰ ਵੀ ਦੱਸੇ ਨੇ ਤੇ ਕੁਛ ਅਸ਼ਾਰ ਮੇਰੇ ਕੋਲ ਹੋਰ ਵੀ ਨੇ। ਮੈਂ ਤੁਹਾਨੂੰ ਇਹ ਰਿਟਨ ਫਾਰਮ 'ਚ ਵੀ ਜਿਹੜਾ ਹੈ ਇਸ ਲੈਕਚਰ ਦੇ ਨਾਲ ਅਪਲੋਡ ਕਰਵਾ ਦਿਆਂਗਾ। ਉਂਝ ਮੈਂ ਤੁਹਾਨੂੰ ਕੁਝ ਦੱਸ ਦੇਣਾ ਕਿ ਸੈਫੁਲ ਮਲੂਕ ਬਾਰੇ ਅਗਰ ਜੇ ਸਵਾਲ ਆਏ ਤੇ ਉਹਦੇ 'ਚ ਤੁਸੀਂ ਕਿਹੜੇ ਕਿਹੜੇ ਅਸ਼ਾਰ ਯੂਜ਼ ਕਰ ਸਕਦੇ ਹੋ। ਉਹ ਜ਼ਾਹਿਰੀ ਗੱਲ ਹੈ ਸੈਫੁਲ ਮਲੂਕ ਇੱਕ ਇਖਲਾਕੀਆਤ ਜਜ਼ਬਾਤ ਨਿਗਾਰੀ ਤੇ ਮੁਆਸ਼ਰੇ ਦੀ ਡਿਪਿਕਸ਼ਨ ਕਰਦੀ ਹੈ। ਉਹਦੇ 'ਤੇ ਜਦੋਂ ਤੁਹਾਨੂੰ ਸਵਾਲ ਹੈ ਤੁਸੀਂ ਉਹਦੇ 'ਚ ਕਿਹੜੇ ਕਿਹੜੇ ਸ਼ੇਅਰ ਯੂਜ਼ ਕਰਨੇ ਨੇ ਉਹ ਮੈਂ ਤੁਹਾਨੂੰ ਦੱਸਣਾ ਵਾ। ਕਿ ਪਹਿਲਾ ਸੈਫੁਲ ਮਲੂਕ ਦੇ ਬਾਰੇ ਹੀ ਸ਼ੇਰ ਹੈ, ਬੜਾ ਮਸ਼ਹੂਰ ਹੈ ਕਿ ਬਾਤ ਮਜਾਜ਼ੀ ਰਮਜ਼ ਹਕਾਨੀ ਵਨ ਵਨਾ ਦੀ ਕਾਠੀ, ਬਾਤ ਮਜਾਜ਼ੀ ਰਮਜ਼ ਹਕਾਨੀ ਵਨ ਵਨਾ ਦੀ ਕਾਠੀ, ਸਫਰੁਲ ਇਸ਼ਕ ਕਿਤਾਬ ਬਣਾਈ ਸੈਫ ਛੁਪੀ ਵਿੱਚ ਲਾਠੀ। ਤੇ ਇੱਕ ਹੋਰ ਸ਼ੇਰ ਮੀਆਂ ਸਾਹਿਬ ਦਾ ਹੀ ਹੈ ਕਿ ਕਿੱਸਾ ਸਾਰਾ ਦੇ ਇਸ਼ਾਰਾ ਜੇ ਕੋਈ ਸਮਝਣ ਹਾਰਾ, ਕਿੱਸਾ ਸਾਰਾ ਦੇ ਇਸ਼ਾਰਾ ਜੇ ਕੋਈ ਸਮਝਣ ਹਾਰਾ, ਕਾਨੂੰ ਜ਼ਹਰ ਕਰੇ ਮੁਹੰਮਦ ਗੁੱਜਾ ਬੇਦ ਨਿਹਾਰਾ। ਇਹ ਸੈਫੁਲ ਮਲੂਕ ਦੇ ਬਾਰੇ ਵੇ ਕਿ ਸੈਫੁਲ ਮਲੂਕ ਜਿਹੜਾ ਹੈ ਜਿਹਦੇ ਕੋਲ ਮੱਤ ਹੈ, ਜਿਹਦੇ ਕੋਲ ਅੰਦਰ ਦੀ ਅੱਖ ਹੈ, ਉਹ ਸੈਫੁਲ ਮਲੂਕ ਜਦੋਂ ਪੜ੍ਹੇਗਾ ਤੇ ਉਹਨੂੰ ਪਤਾ ਲੱਗ ਜਾਏਗਾ ਕਿ ਕਿਸ ਬਾਰੇ ਵੇ ਤੇ ਕਿਸ ਡੂੰਗੀ ਸੋਚ ਨਾਲ ਮੀਆਂ ਸਾਹਿਬ ਨੇ ਲਿਖੀ ਹੈ। ਤੇ ਮੀਆਂ ਸਾਹਿਬ ਬਸ ਸਿਰਫ ਇਸ਼ਾਰਾ ਦੇ ਰਹੇ ਨੇ ਕਿ ਕਿੱਸਾ ਸਾਰਾ ਦੇ ਇਸ਼ਾਰਾ ਜੇ ਕੋਈ ਸਮਝਣ ਹਾਰਾ, ਕਾਨੂੰ ਜ਼ਾਹਰ ਕਰੇ ਮੁਹੰਮਦ ਗੁੱਜਾ ਬੇਦ ਨਿਹਾਰਾ। ਕਿ ਜਿਹੜਾ ਇੱਕ ਡੀਪ ਸੀਕ੍ਰੇਟ ਹੈ, ਜਿਹੜਾ ਗੁੱਜਾ ਰਾਜ਼ ਹੈ, ਭੇਦ ਹੈ, ਉਹਨੂੰ ਕਾਹਤੋਂ ਜ਼ਾਹਿਰ ਕਰਨਾ। ਤੇ ਉਸ ਤੋਂ ਇਲਾਵਾ ਹਮਦ ਤੇ ਹਮਦੋ ਸਨਾ ਜਿਹੜੀ ਹੈ ਉਹ ਹਰ ਸਾਡੇ ਕਲਾਸੀਕਲ ਸ਼ਾਇਰ ਦੇ ਤੇ ਉਸ ਤੋਂ ਇਲਾਵਾ ਜਦੀਦ ਸ਼ਾਇਰ ਦੀ ਸ਼ਾਇਰੀ ਦੇ ਵਿੱਚ ਮੌਜੂਦ ਹੈ। ਉਸ ਤੋਂ ਬਗੈਰ ਤੇ ਉਹਨਾਂ ਦੀ ਸ਼ਾਇਰੀ ਮੁਕੰਮਲ ਹੀ ਨਹੀਂ ਹੁੰਦੀ। ਤੇ ਮੀਆਂ ਸਾਹਿਬ ਦੀ ਸ਼ਾਇਰੀ ਵੀ ਹਮਦੋ ਸਨਾ ਤੋਂ ਸ਼ੁਰੂ ਹੁੰਦੀ ਹੈ। ਉਹ ਮੈਂ ਸ਼ਾਇਰੀ ਦੀ ਖੂਬੀਆਂ 'ਚ ਐਡ ਨਹੀਂ ਕੀਤੀ ਕਿਉਂਕਿ ਇਹ ਤਾਂ ਇੱਕ ਡਿਫੈਕਟੋ ਗੱਲ ਹੈ ਕਿ ਹਮਦੋ ਸਨਾ ਉਹਦੇ 'ਚ ਹੋਏਗੀ। ਤੇ ਮੀਆਂ ਸਾਹਿਬ ਦਾ ਸ਼ੇਰ ਹੈ ਕਿ ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਹਰਦਾ, ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਰਦਾ। ਫਿਰ ਮੀਆਂ ਸਾਹਿਬ ਆਖਦੇ ਨੇ ਕਿ ਜਦੋਂ ਇਨਸਾਨ ਮਿਹਨਤ ਕਰੇ ਤੇ ਇਬਾਦਤ ਕਰੇ ਤੇ ਰੱਬ ਦੇ ਵੱਲ ਨੇੜੇ ਹੋਏ ਉਹ ਕਿਵੇਂ ਹੋ ਸਕਦਾ ਹੈ, ਰੱਬ ਉਹਨੂੰ ਅਜਰ ਕਿਵੇਂ ਦੇ ਸਕਦਾ ਹੈ। ਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਮਸ਼ਕਾਂ ਪਾਵੇ, ਮਾਲੀ ਦਾ ਕੰਮ ਪਾਣੀ ਦੇਣਾ ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾਵੇ। ਇਨਸਾਨ ਦੀ ਸਿਰਫ ਇੰਨੀ ਕੁਵਕਤ ਹੈ ਕਿ ਇਨਸਾਨ ਜਿਹੜਾ ਇਬਾਦਤ ਕਰੇ, ਜਿਹੜਾ ਅੱਲਾਹ ਤਾਲਾ ਨੇ ਉਹਨੂੰ ਦਰਸ ਦਿੱਤਾ ਹੈ ਆਪਣੇ ਮਹਿਬੂਬ ਦੇ ਜ਼ਰੀਏ, ਜਿਹਦੇ ਆਪਣੇ ਨੇਕ ਬੰਦਿਆਂ ਦੇ ਜ਼ਰੀਏ, ਉਹਦੇ 'ਤੇ ਉਹ ਟੁਰੇ ਤੇ ਬਸ ਅੱਲਾਹ ਤੋਂ ਰਿਵਾਰਡ ਦੀ ਉਮੀਦ ਰੱਖੇ। ਤੇ ਅੱਲਾਹ ਦੀ ਮਰਜ਼ੀ ਉਹ ਉਹਨੂੰ ਕਿਸ ਫਾਰਮ 'ਚ ਕਦੋਂ ਜਿਸ ਤਰੀਕੇ ਵੀ ਰਿਵਾਰਡ ਦੇਣਾ ਉਹ ਅੱਲਾਹ ਤਾਲਾ ਦੀ ਮਰਜ਼ੀ ਹੈ। ਤੇ ਇਹ ਕੁਝ ਸ਼ੇਰ ਸਨ ਜਿਹੜੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਏ ਨੇ ਤੇ ਇਹਨਾਂ ਨੂੰ ਮੈਂ ਰਿਟਨ ਫਾਰਮ 'ਚ ਵੀ ਜਿਹੜਾ ਅਪਲੋਡ ਕਰਵਾ ਦਿਆਂਗਾ, ਤੁਸੀਂ ਉੱਥੋਂ ਲੈ ਕੇ ਆਪਣੇ ਨੋਟਸ 'ਚ ਐਡ ਕਰ ਸਕਦੇ ਹੋ। ਇੱਕ ਜਿਹੜਾ ਰੂਲ ਹੈ ਪੰਜਾਬੀ ਪਰਚਾ ਹੱਲ ਕਰਨ ਦਾ ਉਹ ਇਹ ਹੈ ਕਿ ਤੁਹਾਡੇ ਪਰਚੇ ਦੇ ਵਿੱਚ ਰੈਲੀਵੈਂਟ ਸ਼ੇਰ ਜ਼ਰੂਰ ਹੋਣਾ ਚਾਹੀਦਾ ਹੈ। ਉਹ ਜਦੋਂ ਤੁਸੀਂ ਪਰਚਾ ਹੱਲ ਕਰ ਰਹੇ ਹੋਵੋਗੇ ਤੁਸੀਂ ਇੱਥੋਂ ਪੜ੍ਹੋਗੇ ਜਦੋਂ ਸਵਾਲ ਜੋ ਮੈਂ ਡਿਸਕਰਾਈਬ ਕੀਤਾ ਹੈ ਤੁਹਾਨੂੰ ਆਟੋਮੈਟਿਕਲੀ ਪਤਾ ਲੱਗਦਾ ਜਾਏਗਾ। ਜੇ ਸਵਾਲ ਸੈਫੁਲ ਮਲੂਕ ਦੀ ਮੁਆਸ਼ਰਤੀ ਤਰਜ਼ਾਂ ਉੱਤੇ ਆਵੇ, ਅਖਲਾਕੀਆਤ ਬਾਰੇ ਆਵੇ, ਇਸ਼ਕ ਦੇ ਬਾਰੇ ਆਏ ਮੀਆਂ ਮੁਹੰਮਦ ਬਖਸ਼ ਦੀ, ਜਾਂ ਮੀਆਂ ਮੁਹੰਮਦ ਬਖਸ਼ ਨੇ ਕਿਸ ਤਰੀਕੇ ਮੁਆਸ਼ਰਤੀ ਰੰਗ ਨੂੰ ਨੁਮਾਇਆਂ ਕਰਕੇ ਆਪਣੀ ਸ਼ਾਇਰੀ ਦੇ ਵਿੱਚ ਬਿਆਨ ਕੀਤਾ, ਤੇ ਇਹ ਸਾਰੇ ਸ਼ੇਰ ਤੁਸੀਂ ਉਹਦੇ 'ਚ ਲਿਖ ਸਕਦੇ ਹੋ ਪੁਆਇੰਟਸ ਬਣਾ ਕੇ। ਤੁਸੀਂ ਆਪਣੇ ਸਵਾਲਾਤ 'ਚ ਕੋਈ 5 ਤੋਂ 7 ਪੁਆਇੰਟਸ ਬਣਾਓ, ਹਰ ਪੁਆਇੰਟ 'ਚ ਤੁਸੀਂ ਇੱਕ ਸ਼ੇਰ ਵੀ ਲਿਖੋ ਤੇ ਬਹੁਤ ਹੈ, 2 ਲਿਖੋ ਤੇ ਵੈਲ ਐਂਡ ਗੁੱਡ ਹੈ, ਉਹ ਤੁਹਾਨੂੰ ਐਜ ਦੇਵੇਗਾ ਬਾਕੀ ਸਾਰੇ
ਐਸਪਾਇਰੈਂਟਸ ਜਿਨ੍ਹਾਂ ਨੇ ਪਰਚੇ ਹੱਲ ਕੀਤੇ ਹੋਣਗੇ ਤੇ ਐਗਜ਼ਾਮੀਨਰ ਤੇ ਇੱਕ ਇੰਪ੍ਰੈਸ਼ਨ ਪਾਏਗਾ ਕਿ ਇਹਨੂੰ ਸ਼ੇਰ ਆਉਂਦੇ ਨੇ, ਇਹ ਪੰਜਾਬੀ ਸਹੀ ਤਰੀਕੇ ਨਾਲ ਪੜ੍ਹ ਕੇ ਆਇਆ ਹੈ। ਤੇ ਇਹ 5 ਪੁਆਇੰਟ ਸਨ ਮੀਆਂ ਸਾਹਿਬ ਦੀ ਸ਼ਾਇਰੀ ਦੇ, ਕੁਝ ਮਰੂਜ਼ੀ ਸਵਾਲਾਤ ਸਨ ਜਿਹੜੇ ਮੈਂ ਤੁਹਾਨੂੰ ਦੱਸੇ, ਤੇ ਕੁਝ ਸ਼ੇਰ ਤੁਹਾਨੂੰ ਪੜ੍ਹ ਕੇ ਸੁਣਾਏ ਮੈਂ, ਉਹ ਤੁਹਾਨੂੰ ਰਿਟਨ ਫਾਰਮ 'ਚ ਵੀ ਮਿਲ ਜਾਣਗੇ। ਅੱਜ ਦੇ ਲੈਕਚਰ 'ਚ ਫਿਰ ਇੰਨਾ ਹੀ, ਮਿਲਾਂਗੇ ਇਨਸ਼ਾਅੱਲਾ ਅਗਲੇ ਲੈਕਚਰ 'ਚ। ਉਦੋਂ ਤੱਕ ਲਈ ਖੁਦਾ ਹਾਫਿਜ਼।